Hey there, this is Simran from Simran IELTS Academy. Welcome to my YouTube channel. So ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਰੀਡਿੰਗ ਮੋਡਿਊਲ ਦੇ ਲਿਸਟ ਆਫ ਹੈਡਿੰਗ ਕੁਐਸਚਨਸ ਨੂੰ ਕੀਵਰਡਸ ਨੂੰ ਯੂਜ਼ ਕਰਦੇ ਹੋਏ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ, which is one of the most appropriate technique to solve list of heading question, right? ਹੋਰ ਵੀ ਬਹੁਤ ਸਾਰੀਆਂ ਟੈਕਨੀਕਸ ਨੇ ਬਟ ਅੱਜ ਆਪਾਂ ਸਟਾਰਟ ਕਰਾਂਗੇ ਕੀਵਰਡਸ ਵਾਲੀ ਟੈਕਨੀਕ ਦੇ ਨਾਲ ਲਿਸਟ ਆਫ ਹੈਡਿੰਗਸ ਕਿਵੇਂ ਅਟੈਂਪਟ ਕਰੀਏ। ਸੋ ਲੈਟਸ ਬਿਗਿਨ। ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਲਿਸਟ ਆਫ ਹੈਡਿੰਗਸ ਨੂੰ ਆਪਾਂ ਸੋਲਵ ਕਰਨਾ ਹੈ ਤਾਂ ਆਪਾਂ ਕੀ ਨਹੀਂ ਕਰਨਾ। ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਨੇ ਕਿ ਆਪਾਂ ਨੂੰ ਪੂਰਾ ਪੈਰਾਗ੍ਰਾਫ ਹੀ ਪੜ੍ਹਨਾ ਪਊਗਾ ਤਾਂ ਹੀ ਆਪਾਂ ਲਿਸਟ ਆਫ ਹੈਡਿੰਗਸ ਨੂੰ ਸੋਲਵ ਕਰ ਸਕਾਂਗੇ। ਦੈਟਸ ਕੰਪਲੀਟਲੀ ਰੋਂਗ, ਕਿਉਂਕਿ ਪੂਰਾ ਪੈਰਾਗ੍ਰਾਫ ਪੜ੍ਹ ਕੇ ਆਪਾਂ ਉਹਦਾ ਇੱਕ ਨਿਚੋੜ ਜਾਂ ਸਮਰਾਈਜ਼ ਨਹੀਂ ਕਰਨਾ, ਆਪਾਂ ਉਸ ਪੈਰਾਗ੍ਰਾਫ ਨੂੰ ਟਾਈਟਲ ਦੇਣਾ, ਰਾਈਟ। ਸੈਕਿੰਡ ਥਿੰਗ ਹੁੰਦੀ ਹੈ ਕਿ ਬਹੁਤ ਸਾਰੇ ਸਟੂਡੈਂਟਸ ਕਹਿੰਦੇ ਨੇ ਕਿ ਫਸਟ 2 ਲਾਈਨਸ ਨੂੰ ਪੜ੍ਹੋ ਤੇ ਲਾਸਟ 2 ਲਾਈਨਸ ਨੂੰ ਪੜ੍ਹੋ ਤਾਂ ਆਪਾਂ ਨੂੰ ਪੈਰਾਗ੍ਰਾਫ ਦਾ ਓਵਰਵਿਊ ਪਤਾ ਲੱਗ ਜਾਏਗਾ ਤੇ ਉਹਦੇ ਨਾਲ ਆਪਾਂ ਆਨਸਰ ਨੂੰ ਮਾਰਕ ਕਰ ਸਕਦੇ ਹਾਂ। ਇਹ ਟੈਕਨੀਕ ਆਈ ਕੈਨ ਸੇ ਕਿ 70 to 80% ਤੱਕ ਸਕਸੈਸਫੁਲ ਹੁੰਦੀ ਹੈ, ਬਿਕਾਜ਼ ਇਹਦੇ ਵਿੱਚ ਕਈ ਵਾਰ ਐਵੇਂ ਵੀ ਹੁੰਦਾ ਕਿ ਫਸਟ ਪੈਰਾਗ੍ਰਾਫ ਦਾ ਆਨਸਰ ਕਿਤੇ ਹੋਰ ਕਲੀਅਰ ਹੋ ਰਿਹਾ ਹੁੰਦਾ, ਹਾਊਐਵਰ ਸੈਕੰਡ ਪੈਰਾਗ੍ਰਾਫ ਦਾ ਆਨਸਰ ਕਿਤੇ ਹੋਰ ਕਲੀਅਰ ਹੋ ਰਿਹਾ ਹੁੰਦਾ, ਰਾਈਟ। ਸੋ ਮੀਨਸ ਆਪਾਂ ਜਦੋਂ ਵੀ ਲਿਸਟ ਆਫ ਹੈਡਿੰਗਸ ਨੂੰ ਕਰਨਾ ਹੈ, ਆਪਣਾ ਮੇਨ ਏਮ ਹੋਣਾ ਚਾਹੀਦਾ ਹੈ ਕਿ ਆਪਾਂ ਪੈਰਾਗ੍ਰਾਫ ਨੂੰ ਕਿਸ ਤਰੀਕੇ ਨਾਲ ਰੀਡ ਕਰੀਏ ਤੇ ਫਾਸਟ ਰੀਡ ਕਰੀਏ ਤਾਂ ਕਿ ਆਪਾਂ ਟਾਈਮ ਮੈਨੇਜਮੈਂਟ ਵੀ ਕਰ ਸਕੀਏ ਐਜ਼ ਵੈਲ ਐਜ਼ ਆਪਾਂ ਪੈਰਾਗ੍ਰਾਫ ਦਾ ਸਹੀ ਟਾਈਟਲ ਵੀ ਲੇਬਲ ਕਰ ਸਕੀਏ, ਰਾਈਟ। ਸੋ ਜਦੋਂ ਵੀ ਤੁਸੀਂ ਲਿਸਟ ਆਫ ਹੈਡਿੰਗ ਕੁਐਸਚਨ ਕਰਨੇ ਨੇ ਤਾਂ ਕਦੀ ਵੀ ਆਪਾਂ ਪੈਰਾਗ੍ਰਾਫਸ ਨੂੰ ਫਸਟ ਰੀਡ ਨਹੀਂ ਕਰਨਾ, ਆਪਾਂ ਹਮੇਸ਼ਾ ਹੈਡਿੰਗਸ ਨੂੰ ਫਸਟ ਰੀਡ ਕਰਨਾ, ਰਾਈਟ। ਕਿਉਂਕਿ ਅਗਰ ਆਪਾਂ ਨੂੰ ਪਤਾ ਹੋਏਗਾ ਕਿ ਹੈਡਿੰਗਸ 'ਚ ਆਪਣੇ ਕੋਲ ਕੀਵਰਡਸ ਕੀ ਨੇ ਤਾਂ ਕਿਤੇ ਨਾ ਕਿਤੇ ਆਪਣੇ ਮਾਈਂਡ ਦੇ ਵਿੱਚ ਕੁਝ ਨਾ ਕੁਝ ਥਾਟਸ ਆ ਜਾਣਗੇ ਜਿਸ ਦੇ ਨਾਲ ਆਪਾਂ ਹੈਡਿੰਗਸ ਨੂੰ ਲੇਬਲ ਕਰ ਸਕਦੇ ਹਾਂ, ਰਾਈਟ। ਰਿਮੈਂਬਰ ਕਿ ਹਰ ਰੀਡਿੰਗ ਨੂੰ ਪ੍ਰੈਜ਼ੈਂਟ ਕਰਨ ਦਾ ਇੱਕ ਮੈਥਡ ਹੁੰਦਾ, ਇੱਕ ਪੈਟਰਨ ਹੁੰਦਾ, ਰਾਈਟ। ਅਗਰ ਆਪਾਂ ਉਸ ਪੈਟਰਨ ਨੂੰ ਆਇਡੈਂਟੀਫਾਈ ਕਰ ਲਿਆ ਤਾਂ ਆਪਾਂ ਬਹੁਤ ਈਜ਼ੀਲੀ ਹੈਡਿੰਗਸ ਨੂੰ ਸੋਲਵ ਕਰ ਸਕਦੇ ਹਾਂ। ਉਹ ਪੈਟਰਨ ਕੀ ਹੈ? ਸਪੋਜ਼ ਅਗਰ ਕਿਸੇ ਵੀ ਪ੍ਰੋਬਲਮ ਦੀ ਗੱਲ ਕੀਤੀ ਹੋਊਗੀ ਤਾਂ ਉਸ ਪ੍ਰੋਬਲਮ ਨੂੰ ਦੇ ਬਾਰੇ ਕੋਈ ਵੀ ਐਕਸਪ੍ਰੈਸ ਕੀਤਾ ਹੋਇਆ, ਲਾਈਕ ਪੂਰਾ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਤਾਂ ਇਨੀਸ਼ੀਅਲ ਕੁਝ ਪੈਰਾਗ੍ਰਾਫ 'ਚ ਹਮੇਸ਼ਾ ਉਹਨਾਂ ਪ੍ਰੋਬਲਮ ਦੇ ਕਾਜ਼ਸ ਦੀ ਹੀ ਗੱਲ ਹੋਊਗੀ, ਇਨ ਬਿਟਵੀਨ ਵਾਲੇ ਪੈਰਾਗ੍ਰਾਫਸ 'ਚ ਉਸ ਪ੍ਰੋਬਲਮ ਦੇ ਇਫੈਕਟਸ ਦੀ ਗੱਲ ਹੋਈ ਹੋਊਗੀ, ਹਾਊਐਵਰ ਲਾਸਟ ਵਾਲਿਆਂ ਦੇ ਵਿੱਚ ਉਹਨਾਂ ਪ੍ਰੋਬਲਮਸ ਦੇ ਸੋਲੂਸ਼ਨ ਦੀ ਜਾਂ ਉਹਦੀ ਫਿਊਚਰ ਪ੍ਰਿਡਿਕਸ਼ਨ ਦੀ ਗੱਲ ਹੋਈ ਹੋਊਗੀ, ਰਾਈਟ। ਨਾਓ ਵੀ ਹੈਵ ਅ ਪੈਸੇਜ ਜਿਸ ਦਾ ਨਾਮ ਹੈ ਦ ਨਾਓ ਆਬਸੋਲੀਟ ਮੋਰਸ ਕੋਡ, ਰਾਈਟ। ਤਾਂ ਬੇਸਿਕਲੀ ਇਹ ਪੂਰਾ ਪੈਰਾਗ੍ਰਾਫ ਕਿਸ ਦੇ ਰਿਲੇਟਡ ਹੈ? ਮੋਰਸ ਕੋਡ। ਮੋਰਸ ਤੋਂ ਇੰਡੀਕੇਟ ਹੋ ਰਿਹਾ ਕਿ ਡੈਫੀਨੇਟਲੀ ਕਿਸੇ ਪਰਸਨ ਦਾ ਨੇਮ ਹੈ, ਰਾਈਟ। ਜਦੋਂ ਵੀ ਕਿਸੇ ਪਰਸਨ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਉਸ ਪਰਸਨ ਦੀ ਜਿਹੜੀ ਪਰਸਨਲ ਹਿਸਟਰੀ ਹੈ ਪਹਿਲਾਂ ਉਹਨਾਂ ਨੂੰ ਐਕਸਪਲੇਨ ਕੀਤਾ ਜਾਂਦਾ, ਉਹਦੀਆਂ ਇਨਵੈਂਸ਼ਨਸ ਨੂੰ ਐਕਸਪਲੇਨ ਕੀਤਾ ਜਾਂਦੀ ਹੈ। ਉਹਦੀ ਇਨਵੈਂਸ਼ਨ ਅਗਰ ਪਾਸਟ ਸੀ ਤਾਂ ਪਾਸਟ 'ਚ ਉਹਨਾਂ ਦਾ ਕੀ ਰੋਲ ਸੀ, ਦੈਨ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਦਾ ਕੀ ਰੋਲ ਹੈ ਐਂਡ ਉਹਨਾਂ ਦਾ ਫਿਊਚਰ ਦਾ ਕੀ ਰੋਲ ਹੈ। ਮੀਨਸ ਹਮੇਸ਼ਾ ਕਿਸੇ ਪਰਸਨ ਦੇ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਤਿੰਨਾਂ ਚੀਜ਼ਾਂ ਨੂੰ ਐਨਾਲਾਈਜ਼ ਕੀਤਾ ਹੁੰਦਾ ਹੈ। ਸਭ ਤੋਂ ਪਹਿਲਾਂ ਪਾਸਟ ਦੀ ਗੱਲ ਹੋਊਗੀ, ਸੈਕਿੰਡ ਨੰਬਰ ਤੇ ਪ੍ਰੈਜ਼ੈਂਟ ਦੀ ਗੱਲ ਹੋਊਗੀ ਐਂਡ ਨੈਕਸਟ ਨੰਬਰ ਤੇ ਫਿਊਚਰ ਦੀ ਗੱਲ ਹੋਊਗੀ। ਮੀਨਸ ਇਨੀਸ਼ੀਅਲ ਪੈਰਾਗ੍ਰਾਫਸ ਹਮੇਸ਼ਾ ਪਾਸਟ ਦੇ ਰਿਲੇਟਡ, ਇਨ ਬਿਟਵੀਨ ਵਾਲੇ ਪੈਰਾਗ੍ਰਾਫਸ ਹਮੇਸ਼ਾ ਪ੍ਰੈਜ਼ੈਂਟ ਦੇ ਰਿਲੇਟਡ ਐਂਡ ਲਾਸਟ ਵਾਲੇ ਪੈਰਾਗ੍ਰਾਫਸ ਹਮੇਸ਼ਾ ਫਿਊਚਰ ਦੇ ਰਿਲੇਟਡ ਹੀ ਹੋਣਗੇ, ਰਾਈਟ। ਇਹਦੇ ਨਾਲ ਕੁਝ ਨਹੀਂ ਹੁੰਦਾ, ਜਸਟ ਆਪਾਂ ਨੂੰ ਇੱਕ ਥਾਟ ਪ੍ਰੋਸੈਸ ਮਿਲ ਜਾਂਦਾ ਹੈ ਕਿ ਆਪਾਂ ਕਿਸ ਤਰੀਕੇ ਨਾਲ ਹੈਡਿੰਗਸ ਨੂੰ ਲੇਬਲ ਕਰ ਸਕਦੇ ਹਾਂ, ਰਾਈਟ। ਸੋ ਸਭ ਤੋਂ ਪਹਿਲਾਂ ਤੁਸੀਂ ਕਾਊਂਟ ਕਰੋ ਨੰਬਰ ਆਫ ਕੁਐਸਚਨ। ਸੋ ਵੀ ਹੈਵ ਨੰਬਰ ਆਫ ਕੁਐਸਚਨਸ 8। ਆਪਣੇ ਕੋਲ 8 ਪੈਰਾਗ੍ਰਾਫਸ ਨੇ ਜਿਨ੍ਹਾਂ ਦੀ ਆਪਾਂ ਹੈਡਿੰਗਸ ਲੇਬਲ ਕਰਨੀ ਹੈ ਐਂਡ ਆਪਣੇ ਕੋਲ ਲਿਸਟ ਆਫ ਹੈਡਿੰਗਸ ਦਿੱਤੀਆਂ ਹੋਈਆਂ ਨੇ 11। ਮੀਨਸ ਦੇयर ਆਰ 3 ਹੈਡਿੰਗਸ ਜੋ ਕਿ ਐਕਸਟਰਾ ਨੇ। ਬਾਈ ਚਾਂਸ ਅਗਰ ਆਪਾਂ ਇੱਕ ਜਾਂ 2 ਕੁਐਸਚਨ ਰੋਂਗ ਕਰ ਦਿੰਦੇ ਆ, ਮੀਨਸ ਉਹ ਵਾਲੀਆਂ ਹੈਡਿੰਗਸ ਲੇਬਲ ਕਰ ਦਿੰਦੇ ਆ ਜਿਹੜੀਆਂ ਨਹੀਂ ਆਣੀਆਂ, ਤਾਂ ਡੈਫੀਨੇਟਲੀ ਆਪਣਾ ਸੀਕੁਐਂਸ ਸਾਰਾ ਹੀ ਗਲਤ ਹੋ ਜਾਏਗਾ। ਇਸੇ ਲਈ ਜਿਹੜੇ ਫਸਟ 2 ਪੈਰਾਗ੍ਰਾਫਸ ਹੁੰਦੇ ਨੇ ਇਹਨਾਂ ਦੇ ਉੱਤੇ ਆਪਾਂ ਆਪਣਾ ਟਾਈਮ ਇਨਵੈਸਟ ਕਰਕੇ ਸਹੀ ਹੈਡਿੰਗਸ ਮਾਰਕ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੀਨਸ ਸਭ ਤੋਂ ਜ਼ਿਆਦਾ ਟਾਈਮ ਤੁਸੀਂ ਇਹਨਾਂ 2 ਪੈਰਾਗ੍ਰਾਫਸ ਦੇ ਉੱਤੇ ਸਪੈਂਡ ਕਰਨਾ ਹੈ ਤਾਂ ਕਿ ਅਗਰ ਇਹਨਾਂ ਦੇ ਐਕੂਰੇਟ ਹੋ ਗਏ ਤਾਂ ਬਾਕੀ ਸਾਰੇ ਪੈਰਾਗ੍ਰਾਫਸ ਦੇ ਆਨਸਰ ਐਕੂਰੇਟ ਹੋਣ ਦੇ ਚਾਂਸਸ ਵੱਧ ਜਾਂਦੇ ਆ, ਰਾਈਟ। ਸੋ ਸਭ ਤੋਂ ਪਹਿਲਾਂ ਆਪਾਂ ਰੀਡ ਕਰਾਂਗੇ ਲਿਸਟ ਆਫ ਹੈਡਿੰਗਸ ਐਂਡ ਇਹਨਾਂ ਵਿੱਚੋਂ ਲੇਬਲ ਕਰਾਂਗੇ ਮੇਨ ਕੀਵਰਡਸ। ਹੁਣ ਕੀਵਰਡਸ ਦੇ ਵਿੱਚ ਆਪਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ? ਫਸਟ ਥਿੰਗ, ਜਿਹੜੇ ਕੀਵਰਡਸ ਦਿੱਤੇ ਹੋਏ ਨੇ ਉਹਨਾਂ 'ਚ ਸਿੰਗੂਲਰ ਟਰਮਸ ਨੇ ਜਾਂ ਪਲੂਰਲ ਟਰਮਸ ਹੈ, ਰਾਈਟ। ਸੈਕਿੰਡ ਥਿੰਗ, ਕਿਸੇ ਦੇ ਅੱਗੇ ਦ, ਅ ਜਾਂ ਐਨ ਲੱਗਾ ਹੋਇਆ ਜਾਂ ਨਹੀਂ ਲੱਗਾ ਹੋਇਆ, ਮੀਨਸ ਆਪਾਂ ਹਮੇਸ਼ਾ ਆਰਟੀਕਲਸ ਦਾ ਵੀ ਧਿਆਨ ਦੇਣਾ, ਠੀਕ ਹੈ। ਦੈਨ ਨੈਕਸਟ ਥਿੰਗ ਵੀ ਹੈਵ ਟੈਂਸਿਸ। ਆਪਾਂ ਟੈਂਸਿਸ ਦਾ ਵੀ ਧਿਆਨ ਦੇਣਾ ਕਿ ਜਿਹੜੀ ਹੈਡਿੰਗ ਹੈ ਉਹ ਪਾਸਟ ਨੂੰ ਪ੍ਰੈਜ਼ੈਂਟ ਕਰ ਰਹੀ ਹੈ ਜਾਂ ਪ੍ਰੈਜ਼ੈਂਟ ਨੂੰ ਪ੍ਰੈਜ਼ੈਂਟ ਕਰ ਰਹੀ ਹੈ, ਰਾਈਟ। ਸੋ ਫਸਟ ਹੈਡਿੰਗ ਵੀ ਹੈਵ ਇਜ਼ ਦ ਐਡਵਾਂਟੇਜ। ਇਟ ਇਜ਼ ਅ ਸਿੰਗੂਲਰ ਟਰਮ। ਦ ਐਡਵਾਂਟੇਜ ਆਫ ਕਿਸ ਦੀ? ਮੋਰਸ ਇਨਵੈਂਸ਼ਨ। ਮੀਨਸ ਆਪਾਂ ਦੱਸਣੀ ਹੈ ਕਿਹੜੇ ਪੈਰਾਗ੍ਰਾਫ 'ਚ ਐਡਵਾਂਟੇਜ ਦਿੱਤਾ ਹੋਇਆ ਮੋਰਸ ਇਨਵੈਂਸ਼ਨ ਦਾ। ਅ ਸੁਟੇਬਲ ਜੌਬ ਫॉर ਵਿਮਨ। ਸੋ ਆਪਣੇ ਕੋਲ ਇੱਥੇ ਕੀਵਰਡ ਕੀ ਆ ਗਿਆ? ਜੌਬ ਐਂਡ ਵਿਮਨ। ਨੈਕਸਟ ਵੀ ਹੈਵ ਮੋਰਸ ਇਨਵੈਂਸ਼ਨ ਵਾਜ਼ ਡਿਵੈਲਪਡ। ਪਾਸਟ ਦੀ ਗੱਲ ਹੈ ਕਿ ਮੋਰਸ ਇਨਵੈਂਸ਼ਨ ਕੀ ਹੋਈ ਸੀ? ਡਿਵੈਲਪ। ਵਰਬਸ ਨੂੰ ਹਮੇਸ਼ਾ ਧਿਆਨ ਨਾਲ ਹਾਈਲਾਈਟ ਕਰਨਾ ਹੈ, ਲਾਈਕ ਇਹਦੇ ਇੱਥੇ ਆਪਣੇ ਕੋਲ ਵਰਬ ਹੈਗੀ ਹੈ ਡਿਵੈਲਪਡ, ਇੱਥੇ ਆਪਣੇ ਕੋਲ ਐਡਵਾਂਟੇਜ ਆਫ ਮੋਰਸ ਇਨਵੈਂਸ਼ਨ, ਰਾਈਟ। Fourth we have is
सी रेस्क्यू, रेस्क्यू मीन्स बचाव। आफ्टर द इन्वेंशन ऑफ रेडियो टैलीग्राफी मीन्स रेडियो टैलीग्राफी की इन्वेंशन तो बाद सी च कोई बचाव होया होवे। नैक्सट वी हैव इज द एमरजेंस, एमरजेंस का मतलब होंदा आना, मतलब होंद दे विच आना, किस दा मैनी जॉब अपॉर्चुनिटीज। सो इत्थे अपने कोल वर्ब की आ गई एमरजेंस। नैक्सट वी हैव स्टैंडर्ड एंड वेरिएशंस, अपने कोल डायरैक्ट दो कीवर्ड दिते हुए ने। नैक्सट वी हैव एप्लीकेशन, जिथे भी एप्लीकेशन वर्ड आंदा है इहदा मतलब होंदा है यूज। ਜਦੋਂ ਵੀ ਆਪਾਂ ਕਿਸੇ ਥਿੰਗ ਨੂੰ ਅਪਲਾਈ ਕਰਨ ਦੀ ਜਾਂ ਉਹਦੀ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਦੈਟ ਮੀਨਸ ਇਟਸ ਅ ਪ੍ਰੈਕਟੀਕਲ ਯੂਜ਼। ਸੋ ਐਪਲੀਕੇਸ਼ਨ ਆਫ ਮੋਰਸ ਕੋਡ ਕਾਹਦੇ 'ਚ, ਅ ਨਿਊ ਟੈਕਨੋਲੋਜੀ, ਇੱਥੇ ਆਪਣੇ ਕੋਲ ਕੀਵਰਡ ਆ ਗਿਆ ਅ ਨਿਊ ਟੈਕਨੋਲੋਜੀ। Then we have the discovery of electricity. So here we have keyword discovery. International expansion, जिथे भी international आ गया means they are talking about in between countries. ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ internationally global use ਹੋ ਸਕਦਾ ਹੈ, countries use ਹੋ ਸਕਦਾ ਹੈ, right? Then the beginning of an end means end ਦੀ ਸ਼ੁਰੂਆਤ ਹੋਣ ਦੀ ਗੱਲ ਹੋ ਰਹੀ ਹੈ। Then we have the move of using code to convey information, ਆਪਾਂ ਕੋਡ ਨੂੰ ਯੂਜ਼ ਕਰ ਰਹੇ ਹਾਂ ਕਿਸ ਚੀਜ਼ ਲਈ, ਇਨਫੋਰਮੇਸ਼ਨ ਨੂੰ ਕਨਵੇ ਕਰਨ ਲਈ, ਰਾਈਟ। ਸੋ ਇੱਕ ਵਾਰ ਆਪਾਂ ਦੁਬਾਰਾ ਨਜ਼ਰ ਮਾਰਾਂਗੇ ਆਪਣੇ ਕੀਵਰਡਸ ਕੀ ਨੇ। ਐਡਵਾਂਟੇਜ, ਮੋਰਸ ਇਨਵੈਂਸ਼ਨ, ਵਿਮਨ invention was developed, sea rescue, standard and variation, emergence of job opportunities, a new technology, discovery, electricity, international expansion, beginning of an end, and then we have convey information, right? ਹੁਣ ਆਪਾਂ one by one ਜਿਹੜੇ first two paragraphs ਨੇ ਪਹਿਲਾਂ ਉਹਨਾਂ ਨੂੰ ਬਹੁਤ डिटेल च रीड करांगे। सो calling all, this is our last cry, ये एक phrase है। last cry ਦਾ ਮਤਲਬ ਹੁੰਦਾ last chance, right? So calling all, this is our last cry before our eternal silence, ਇਹ ਇੱਕ phrase है। ਇਹਦਾ meaning ਕੀ ਹੈ ਕਿ ਇਹ ਆਪਣਾ last chance ਹੈ complete silence ਤੋਂ ਪਹਿਲਾਂ, means end ਤੋਂ ਪਹਿਲਾਂ ਦਾ last chance, right? Surprisingly, this message which flashed over the airways in the dots and dashes of Morse code in January this. So basically एक time phrase ਦੀ ਗੱਲ ਕਰ ਰਹੇ ਨੇ, right? So अगर ਆਪਾਂ ਗੱਲ ਕਰੀਏ ਤੇ ਸਾਰੇ ਇੱਕ time phrase ਦੀ ਗੱਲ ਹੋ ਰਹੀ ਹੈ। ਹੁਣ ਅਗਰ ਤੁਸੀਂ ਇਸ ਇਨਫੋਰਮੇਸ਼ਨ ਨੂੰ ਡਿਟੇਲ ਚ ਰੀਡ ਨਹੀਂ ਕਰਨਾ ਚਾਹੁੰਦੇ ਐਂਡ ਸਕਿਪ ਕਰਨਾ ਚਾਹੁੰਦੇ ਹੋ ਤਾਂ ਇਹਦੇ ਲਈ ਇੱਕ ਟ੍ਰਿਕ ਹੈ। ਤੁਸੀਂ ਦੇਖੋ ਕਿ ਜਿੱਥੇ ਵੀ ਸੈਂਟੈਂਸ ਸਟਾਰਟ ਹੋ ਰਿਹਾ, ਰਾਈਟ, ਉੱਥੇ ਕੋਈ ਸਬਜੈਕਟ ਦਿੱਤਾ ਹੋਇਆ, ਮੀਨਸ ਕੋਈ ਨਾउन ਦਿੱਤਾ ਹੋਇਆ ਜਾਂ ਕੋਈ ਪ੍ਰੋਨਾउन ਦਿੱਤਾ ਹੋਇਆ, ਰਾਈਟ। ਅਗਰ ਤਾਂ ਦੇਖੋ ਜਿਵੇਂ ਇੱਥੇ ਆਪਾਂ ਨੂੰ ਦਿੱਤਾ ਹੋਇਆ ਦਿਸ ਇਜ਼ ਆਰ ਲਾਸਟ ਕਰਾਈ, ਇਸ ਤੋਂ ਪਹਿਲਾਂ ਇੱਕ ਨਾउन ਦਿੱਤਾ ਹੋਇਆ ਕਾਲਿੰਗ ਆਲ। ਦਿਸ ਕਿਹਨੂੰ ਕਿਹਾ ਜਾ ਰਿਹਾ ਹੈ? ਕਾਲਿੰਗ ਆਲ, ਮੀਨਸ ਇਹ ਕੀ ਹੈ? ਇੱਕ ਨਾउन, ਇਹ ਇੱਥੋਂ ਸਟਾਰਟ ਹੋ ਰਿਹਾ, ਰਾਈਟ। ਇਸ ਤੋਂ ਬਾਅਦ ਫੁੱਲ ਸਟਾਪ ਆਉਂਦਾ ਇੱਥੇ ਐਂਡ ਦੈਨ ਇਸ ਤੋਂ ਬਾਅਦ ਕੀ ਦਿੱਤਾ? ਰੈਦਰ ਇਟ। ਇਟ ਇੱਕ ਪ੍ਰੋਨਾउन ਹੈ ਜੋ ਕਿਸੇ ਚੀਜ਼ ਦੇ ਲਈ ਯੂਜ਼ ਕੀਤਾ ਜਾਂਦਾ, ਰਾਈਟ। ਸੋ ਮੀਨਸ ਇਹ ਪ੍ਰੋਨਾउन ਹੈ। ਇਹ ਜਿਹੜਾ ਨੈਕਸਟ ਸੈਂਟੈਂਸ ਹੈ ਉਹ ਪ੍ਰੀਵੀਅਸ ਨਾउन ਨੂੰ ਹੀ ਕੰਟੀਨਿਊ ਕਰ ਰਿਹਾ, ਹਜੇ ਕੋਈ ਨਵੀਂ ਇਨਫੋਰਮੇਸ਼ਨ ਐਡ ਨਹੀਂ ਕੀਤੀ ਗਈ। ਸੋ ਇਸ ਪੈਰਾਗ੍ਰਾਫ ਦਾ ਆਪਣੇ ਕੋਲ ਨਾउन ਕੀ ਹੈ ਜਿਹੜਾ ਇਹ ਲਾਸਟ ਮੈਸੇਜ ਕਨਵੇ ਕੀਤਾ ਗਿਆ ਸੀਗਾ, ਰਾਈਟ। ਸੋ ਇੱਥੇ ਇਹਨਾਂ ਨੇ ਕਿਹਾ ਇਟ ਮੀਨਸ ਇਹ ਹਜੇ ਵੀ ਉਸੇ ਮੈਸੇਜ ਦੀ ਗੱਲ ਕਰ ਰਹੇ ਨੇ। ਨੈਕਸਟ ਵੀ ਹੈਵ full stop here. So ਇੱਥੇ ਕਹਿ ਰਹੇ ਨੇ since 1992 countries around the world have been decommissioning their Morse. Theirs again ਇੱਕ pronoun ਹੈ, means ਹਜੇ ਵੀ previous ਦੀ ਹੀ ਗੱਲ ਹੋ ਰਹੀ ਹੈ। then ਉਸ ਤੋਂ ਬਾਅਦ full stop we have here। ਇਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ? the final deadline। ਹੁਣ ਇੱਥੇ previous ਨੂੰ ਲਿੰਕ ਨਹੀਂ ਕੀਤਾ ਜਾ ਰਿਹਾ, ਇੱਥੇ ਇੱਕ ਨਵਾਂ conclusion ਦਿੱਤਾ ਜਾ ਰਿਹਾ, ਇੱਕ ਨਵਾਂ noun ਦਿੱਤਾ ਜਾ ਰਿਹਾ। ਸੋ ਬੇਸਿਕਲੀ ਇੱਥੇ ਇੱਕ ਮੈਸੇਜ ਦੀ ਗੱਲ ਹੋ ਰਹੀ ਸੀ ਜੋ ਕਿ ਸੀਗਾ calling all, this is our last cry before our eternal silence, and ਇੱਥੇ ਆਪਾਂ ਨੂੰ ਕੀ ਦਿੱਤਾ ਹੋਇਆ ਹੈ? the final deadline for the switch over to GMDSS is February 1st, a date that is widely seen as the end of an era। ਹੁਣ ਇੱਥੇ ਆਪਣੇ ਕੋਲ ਕੀਵਰਡ ਕੀ ਆ ਗਿਆ? the end of an era। the end ਆਪਾਂ ਕਿਤੇ ਪੜਿਆ ਸੀਗਾ? here we have the word an end। ਹੁਣ ਜਦੋਂ ਆਪਾਂ ਨੂੰ ਕੀਵਰਡ ਮਿਲ ਗਿਆ ਤਾਂ ਆਪਾਂ ਦੇਖਣਾ ਹੈ ਕਿ ਵਾਕਈ ਹੀ ਇਹ ਮੈਚ ਕਰਦਾ ਹੈ ਜਾਂ ਨਹੀਂ ਕਰਦਾ। ਇੱਥੇ ਵੀ have the end, ਇੱਥੇ ਵੀ have an end, right? ਸੋ ਇਹ ਕਹਿ ਰਹੇ ਨੇ the beginning of end means ਅੰਤ ਦੀ ਸ਼ੁਰੂਆਤ ਹੋਣੀ, ਐਂਡ ਇਹਦੀ ਫਸਟ ਲਾਈਨ ਤੋਂ ਹੀ ਪਤਾ ਲੱਗ ਗਿਆ ਸੀਗਾ this is our last cry before our eternal silence। eternal silence means end ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇੱਥੇ ਐਰਾ ਕੀ ਕਰ ਰਿਹਾ ਹੈ? ਐਂਡ ਕਰ ਰਿਹਾ ਹੈ। ਸੋ ਆਪਣੇ ਇਸ ਹੈਡਿੰਗ ਦਾ ਟਾਈਟਲ ਕੀ ਆ ਗਿਆ? the beginning of an end। so we will label it as 10 and ਇੱਥੋਂ ਆਪਾਂ don't forget to cut it because otherwise ਆਪਾਂ ਕੀ ਹੋ ਜਾਵਾਂਗੇ? confuse ਹੋ ਜਾਵਾਂਗੇ, ਰਾਈਟ। ਸੋ ਨੈਕਸਟ ਵੀ ਹੈਵ, ਹੁਣ ਆਪਣੇ ਨੂੰ ਇਹ ਪਤਾ ਲੱਗ ਗਿਆ, ਇੱਥੇ ਆਪਾਂ ਨੂੰ ਇੱਕ ਪੈਟਰਨ ਵੀ ਅੰਡਰਸਟੈਂਡ ਹੋ ਗਿਆ ਕਿ ਫਸਟ ਲਾਈਨ ਤੋਂ ਵੀ ਆਪਾਂ ਨੂੰ ਕਲੀਅਰ ਹੋ ਰਿਹਾ ਸੀ ਤੇ ਲਾਸਟ ਲਾਈਨ ਤੋਂ ਵੀ ਕਲੀਅਰ ਹੋ ਰਿਹਾ, ਰਾਈਟ। ਤਾਂ ਪੋਸੀਬਿਲਿਟੀ ਇਜ਼ ਦੈਟ ਬਾਕੀ ਸਾਰੇ ਆਨਸਰਸ ਵੀ ਇਹਨਾਂ ਦੋ ਲਾਈਨਸ ਤੋਂ ਕਲੀਅਰ ਹੋ ਸਕਦੇ ਨੇ। ਨੈਕਸਟ ਵੀ ਹੈਵ ਇਜ਼ the code has however had a good history।
इस कोड दी की है एक गुड हिस्ट्री। अपेरेंटली फॉर अ टेक्नोलॉजी कॉमनली एसोसिएटेड विद रेडियो ऑपरेटर्स ऑन सिंकिंग शिप्स द आइडिया ऑफ मोर्स कोड इज सेड टू हैव अकर्ड टू सैमुअल मोर्स while he was on a board a ship crossing the Atlantic। so ਇਹਦਾ ਆਈਡੀਆ ਕਿੱਥੋਂ ਆਇਆ? ਸੈਮੂਅਲ ਮੋਰਸ ਨੂੰ ਇਹਦਾ ਆਈਡੀਆ ਆਇਆ, right। at the time Morse was a painter and occasional inventor, but when another of the ship's passenger informed him of recent advances, ਜਦੋਂ ਬਾਕੀ ships ਨੇ ਇਹਨੂੰ advances ਦੀ ਗੱਲ ਕੀਤੀ in electrical theory, Morse was suddenly taken with the idea of building an electric telegraph to send messages in codes। other inventors had been trying to do this। so इन्होंने की किया, इन्हें एक electric telegraph बनाया to send messages in code। send messages तो अपन कोई कीवर्ड याद आना चाहिए। मैसेज आप सेंड कर लिए करते हैं कम्युनिकेशन दे लिए, राइट। मैसेज सेंड करना। सो हेयर वी हैव द कीवर्ड कन्वे इंफॉर्मेशन, द मूव ऑफ यूजिंग कोड टू कन्वे इंफॉर्मेशन। सो इतने मोर्स ने कोड यूज किया कादे लिए? सेंडिंग मैसेजेस इन कोड, मैसेज सेंड करने लिए, राइट। सो इत्थों क्लीयर हो गया कि इस पूरे पैराग्राफ च किहदी गल हो रही है? कोड यूज किया जा रहा है मैसेज सेंड करने लिए। सो इसका आंसर अपने को किया आ गया 11th। नाउ नेक्स्ट वी हैव इज compared with the rival electric telegram designs such as the needle telegraph developed by William Cooke and Charles Wheatstone in Britain। developed अपने को लिख developed word भी सीगा, ठीक है, एक वर्ब आपा पढ़ी सीगी, डेफिनेटली कीवर्ड सीगा। हुण आपा देखने कि इत्थे डेवलपमेंट किहदी हो रही है, राइट। सो कंपेयर किया जा रहा है इलैक्ट्रिक टैलीग्राफ नूं किहदे नाल कंपेयर किया जा रहा है? मोर्स के डिजाइन ना। मीनस मोर्स डिजाइन वॉज वेरी सिंपल इन कंपेयर टू द rival electric telegraph designs developed by a जो persons ने develop किया सीगा, right। it required little more than a key to send messages, a clicking sound to receive them and a wire to link the two। but although Morse hardware was simple, there was a catch। in order to use this equipment operators had to learn the special code of dots and this, right। so basically इत्थे की गल हो रही है कि developed word सीगा, Morse invention was developed। किन्ने develop कीती सी? ए जेड़े दो बंदे सीगे इन्हां ने इस दी इन्वेंशन नू develop कीती सी ते ए Morse दी इन्वेंशन नाल इनू की कीता सी? कंपेयर कीता सी। मीनस आपां सिर्फ अगर वर्ब का भी ध्यान रखांगे तां भी आपां नू हैडिंग्स का एक थॉट मिल ही जाऊगा। सो हेयर फॉर पैराग्राफ सी वी हैव द हैडिंग नंबर 3, राइट। नेक्स्ट वी हैव इज पैराग्राफ नंबर 4th। सो at first the need to learn this complicated looking code made Morse telegraph seem impossibly tricky compared with other more user friendly designs। initially की सीगा ये बहुत complicated सीगा। Cox and Wheatstone telegram for example used 5 needles to pick at letters on a diamond shaped grid, but although हुण इत्थे contradiction होगी। ये तो definitely easy हैगी सी, convenient हैगी सी, पर इत्थे इन्हां ने की करता? contradiction करती। but although this meant that anyone could use it, it also required 5 wires between telegraph stations। Morse telegraph needed only 1। हुण इत्थे दो telegraphs नूं compare किया जा रहा है, एक नूं 5 wires की जरूरत है ते Morse ते telegraph नूं only एक वायर की जरूरत है। एंड सम पीपल इट सून ट्रांसपायर्ड हैड अ नैचुरल फैसिलिटी फॉर मोर्स कोड। मीन दूसरिਆਂ ਦੇ कंपैरेटिवली ਇਹਦੇ ਵਿੱਚ ਘੱਟ ਵਾਇਰਸ ਦੀ ਜ਼ਰੂਰਤ ਹੈ। ਤਾਂ ਇਹ ਕੀ ਹੋ ਗਿਆ? ਇੱਕ ਫੀਚਰ ਹੋ ਗਿਆ ਮੋਰਸ ਕੋਡ ਦਾ, ਰਾਈਟ। मीन्स वी कैन से सो इट वुड बी लाइक ओके द एडवांटेज। एक एडवांटेज से एक फायदा सी कि बाकियां दे कंपैरेटिवली 5 दे कंपैरेटिवली इनू सिर्फ एक वायर की जरूरत है। तो बाकियां दे कंपैरेटिवली मोर्स इन्वेंशन का एक ही हो गया एडवांटेज, एक एडवांटेज, राइट। सो डी पैराग्राफ का आंसर अपने को आ गया फर्स्ट वन, राइट। नेक्स्ट वी हैव इज पैराग्राफ नंबर ई। हुण अपने को एक बार अगेन अगर तुहानूं लगदा है कि काफ़ी टाइम बीत चुकिया है तो आपां नूं कीवर्ड्स याद नहीं हैगे, सो वी आर डन विद ऑप्शन नंबर 1, वी आर डन विद ऑप्शन नंबर 10th, वी आर डन विद ऑप्शन नंबर 11th। आपां इनू कट कर देंगे एंड वी आर ऑल्सो डन विद ऑप्शन नंबर 3rd। हुण अपने को कीवर्ड किहड़े-किहड़े बच गए? वुमेन, रेस्क्यू, एमरजेंस, स्टैंडर्ड एंड वेरिएशन, एप्लीकेशन, डिस्कवरी एंड इंटरनेशनल एक्सपेंशन, राइट। हुण आपां अगेन नैक्सट पैराग्राफ्स ते जावांगे। As electric telegraphy took off in the early 1850s, the Morse telegraph quickly became dominant. It was adopted as the European standard in 1851, allowing direct connection between the telegram network of different countries.
By this time Morse code had been revised to allow for accents and other foreign characters, resulting in a split between American and international Morse that continues to this day. ਇੰਨਾ ਫਾਸਟ ਪੜ੍ਹਨ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਪੂਰੇ ਮੀਨਿੰਗ ਨੂੰ ਕਨਵੇ ਕਰਨ ਦੀ ਜ਼ਰੂਰਤ ਨਹੀਂ ਹੈ, ਆਪਾਂ ਸਿਰਫ ਕੀਵਰਡਸ ਨੂੰ ਅੰਡਰਲਾਈਨ ਕਰਨਾ ਹੈ। ਸੋ ਇੱਥੇ ਆਪਾਂ ਹੁਣੇ ਇੱਕ ਕੀਵਰਡ ਪੜ੍ਹਿਆ ਸੀ ਸਟੈਂਡਰਡ, ਰਾਈਟ। ਸੋ ਹੇਅਰ ਵੀ ਹੈਵ ਅ ਕੀਵਰਡ ਇਨ ਦ ਹੈਡਿੰਗਸ ਜੋ ਕਿ ਦਿੱਤਾ ਹੋਇਆ ਹੈ ਸਟੈਂਡਰਡ। ਹੁਣ ਆਪਾਂ ਨੂੰ ਸਟੈਂਡਰਡ ਤਾਂ ਮਿਲ ਗਿਆ ਪਰ ਵੇਰੀਏਸ਼ਨ ਵਰਡ ਨਹੀਂ ਮਿਲਿਆ, ਰਾਈਟ। ਹੁਣ ਆਪਾਂ ਵੇਰੀਏਸ਼ਨਸ ਦਾ ਦੇਖਣਾ ਹੈ ਕਿ ਕੀ ਸਾਈਨੋਨੀਅਮ ਹੈ ਜਿਹੜਾ ਦਿੱਤਾ ਹੁੰਦਾ। ਵੇਰੀਏਸ਼ਨਸ ਦਾ ਮਤਲਬ ਕੀ ਹੁੰਦਾ? ਡਿਫਰੈਂਸਿਸ ਲਿਆਉਣਾ, ਰਾਈਟ। ਸੋ ਇੱਥੇ ਇਹਨਾਂ ਨੇ ਕੀ ਕਿਹਾ ਕਿ ਮੋਰਸ ਕੋਡ हैड बीन रिवाइज्ड। रिवाइज ਦਾ ਮਤਲਬ ਕੀ ਹੈ ਕਿ ਐਕਚੁਅਲ ਨੂੰ ਚੇਂਜ ਕਰਕੇ ਕੁਝ ਹੋਰ ਬਣਾ ਦਿੱਤਾ। ਚੇਂਜ ਦਾ ਇੱਕ ਅਨਦਰ ਸਿਨੋਨੀਅਮ ਹੁੰਦਾ ਵੇਰੀ ਕਰਨਾ, ਮੀਨਸ ਇਸੇ ਮੋਰਸ ਕੋਡ ਦੇ ਵਿੱਚ ਕੁਝ ਨਾ ਕੁਝ ਵੇਰੀਏਸ਼ਨਸ ਆਈਆਂ। ਸੋ ਵੀ ਗॉट द कीवर्ड स्टैंडर्ड एंड नाउ वी गॉट द कीवर्ड वेरिएशन। सो आंसर अपने को की आ जाएगा फॉर पैराग्राफ ई, आर आंसर वुड बी दिस स्टैंडर्ड एंड वेरिएशन। हुण इनू की करता आपां, इनू भी कट कर गए, राइट। नैक्सट अपने को आ गया पैराग्राफ नंबर एफ। सो हुण आपां अगेन इत्थों सिंपली रीड करांगे। अपने कोल कीवर्ड्स माइंड होने चाहिए ने। वी हैव इंटरनेशनल एक्सपेंशन लेफ्ट, वी हैव विमेन लेफ्ट, वी हैव जॉब अपॉर्चुनिटीज लेफ्ट, राइट। On international submarine cables, left and right swings of a light beam reflected from a tiny rotating this. A distinct telegraphic subculture was emerging with its own customs and vocabulary and a hierarchy. This. Based on the speed at which operators could send and receive Morse code. First class operators who would send and receive at speed of this. Best paid jobs in, here we got the word jobs, right। so केड़े jobs here? first class operators ਨੂੰ job मिल गया, ठीक है। then we have at the bottom of the pile were slow inexperienced rural operators। so first class operators आ गए, then inexperienced rural operators आ गए। as their Morse code improved, however, rural operators found that their newfound skill was a passport to better pay in a city job। so means ਇਹਨਾਂ ਨੂੰ ਕੀ ਮਿਲ ਰਿਹਾ? ਈਵਨ ਰੂਰਲ ਪਰ ਜਿਹੜੇ ਪਰਸਨ ਸੀਗੇ ਉਹਨਾਂ ਲਈ ਮੋਰ ਜੌਬਸ ਆ ਗਈਆਂ, ਰਾਈਟ, ਇਨ ਦ ਸਿਟੀ। ਸੋ ਆਪਣੇ ਕੋਲ ਹੈ ਇੱਕ ਵਰਡ ਜਿਸ we have here the emergence of many job opportunities। ਜਦੋਂ ਉਹਨਾਂ ਨੂੰ ਆਪਣੀ ਸਕਿੱਲ ਦਾ ਪਤਾ ਲੱਗ ਗਿਆ ਤਾਂ ਉਹਨਾਂ ਕੋਲ ਕਾਫੀ ਸਾਰੀਆਂ ਕੀ ਆ ਗਈਆਂ, ਈਵਨ ਰੂਰਲ ਵਾਲਿਆਂ ਨੂੰ ਕੀ ਮਿਲ ਗਿਆ? ਜੌਬਸ ਮਿਲ ਗਈਆਂ। ਸੋ ਹੇਅਰ ਆਰ ਆਂਸਰ ਵੁੱਡ ਬੀ ਆਂਸਰ ਨੰਬਰ 5th, ਰਾਈਟ। ਸੋ next we have paragraph number G। now we are left with women। we have here rescue, and then we have discovery of electricity, and then we have international expansion and a new technology। so now we have paragraph number G। in a dramatic ceremony in 1871, Morse himself said goodbye to the global community। here we got the word global। global to indicate की हुंदा है international, right। telegraphers he had board। हुण आपां देखदे कि बाकी होर कोई कीवर्ड आपां नूं दित्ता होया। so Morse sat down behind an operator's table, and then America tapped farewell, this then we have telegraph lines, submarine cable, Morse code, 20,000 towns and villages were connected to the global network। again and again ਆਪਾਂ ਨੂੰ ਇੱਕ common keyword ਆ ਰਿਹਾ, and that is global, right। so global always indicates about international। so here we have the word इंटरनेशनल एक्सपेंशन। सो अपने पैराग्राफ जी का आंसर क्या आ गया अपने को? इंटरनेशनल एक्सपेंशन, राइट। नाउ वी आर लैफ्ट विद पैराग्राफ नंबर एच। ਹੁਣ ਇਹਦੇ ਨਾਲ ਕੀ ਹੈ, ਜਿਹੜੇ ਵਰਡਸ ਆਪਣੇ ਮੋਰ ਮੈਚ ਕਰਦੇ ਨੇ, ਰਾਈਟ। ਹੁਣ ਇਸ ਦੇ ਵਿੱਚ ਆਪਾਂ ਨੂੰ ਕੋਈ ਵੀ ਇਹੋ ਜਿਹਾ ਕੀਵਰਡ ਨਹੀਂ ਸੀ ਜਿਹੜੇ ਮਲਟੀਪਲ ਪੈਰਾਗ੍ਰਾਫ 'ਚ ਆਪਾਂ ਨੂੰ ਕਾਮਨ ਫੈਕਟਰ ਮਿਲਦਾ ਹੋਵੇ, ਰਾਈਟ। ਅਗਰ ਆਪਾਂ ਪੈਟਰਨ ਨੂੰ ਸਟਾਰਟਿੰਗ ਦੇ ਵਿੱਚ ਹੀ ਅੱਛੇ ਤਰੀਕੇ ਨਾਲ ਐਨਾਲਾਈਜ਼ ਕਰ ਲਾਂਗੇ ਕਿ ਪ੍ਰੈਜੈਂਟੇਸ਼ਨ ਹੈ ਕਿਸ ਤਰ੍ਹਾਂ ਦੀ, ਤਾਂ ਹੈਡਿੰਗਸ ਬਹੁਤ ਈਜ਼ੀਲੀ ਨੇ ਜਿਹੜੀਆਂ ਉਹ ਲੇਬਲ ਹੋ ਜਾਣਗੀਆਂ। ਨਾਓ ਵੀ ਆਰ ਲੈਫਟ ਵਿਦ ਪੈਰਾਗ੍ਰਾਫ ਨੰਬਰ ਐਚ, ਐਂਡ ਦ ਵਰਡਸ ਵੀ ਹੈਵ ਇਜ਼ ਇਲੈਕਟ੍ਰਿਸਿਟੀ, ਵਿਮਨ, sea, rescue and a new technology, right। so but by the 1890s the Morse telegraph's heyday as a cutting edge technology was coming to an end। ਹੁਣ ਇੱਕ kind of technology ਕੀ ਆ ਗਈ? end ਤੇ ਆ ਗਈ with the invention of the telephone। ਹੁਣ ਨਵਾਂ ਕੀ ਆ ਗਿਆ? ਟੈਲੀਫੋਨ ਆ ਗਿਆ, and the rise of automatic telegraphs, precursors of the teleprinter, neither of which required special skills to operate। Morse code however was about to be given a new lease of life thanks to another new technology। ਹੁਣ Morse code ਨੂੰ ਲਿੰਕ ਕਿਹਦੇ ਨਾਲ ਕੀਤਾ ਗਿਆ? another new technology। so we here we have a word application of Morse code in a new technology। so without thinking what we will do, ਆਪਾਂ ਸਿਰਫ ਲੇਬਲ ਕਰ ਦਾਂਗੇ ਆਂਸਰ ਪੈਰਾਗ੍ਰਾਫ H ਦਾ 7th। so ਅਗਰ ਤੁਸੀਂ ਫਸਟ 2
ਪੈਰਾਗ੍ਰਾਫਸ ਨੂੰ ਅੱਛੇ ਤਰੀਕੇ ਨਾਲ ਪੜ੍ਹ ਕੇ ਲੇਬਲ ਕਰ ਲਿਆ ਤਾਂ ਆਪਾਂ ਨੂੰ ਕਲੀਅਰਲੀ ਅੰਡਰਸਟੂਡ ਹੋ ਜਾਊਗਾ ਕਿ ਸਾਰੇ ਜਿਹੜੇ ਹੈਡਿੰਗਸ ਨੇ ਆਪਾਂ ਕੀਵਰਡਸ ਦੇ ਨਾਲ ਮੈਚ ਕਰ ਸਕਦੇ ਹਾਂ, ਰਾਈਟ। ਕਿਉਂਕਿ ਇਹਦੇ ਵਿੱਚ ਕੰਟੈਂਟ ਇਜ਼ ਟੂ ਲੌਂਗ, ਆਪਣੇ ਕੋਲ ਪੈਸੇਜ ਬਹੁਤ ਲੌਂਗ ਦਿੱਤਾ ਹੋਇਆ ਹੈ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ ਪੜ੍ਹਨ ਦੇ ਲਈ। ਅਗਰ ਤੁਸੀਂ ਬਹੁਤ ਜ਼ਿਆਦਾ ਟਾਈਮ ਲਗਾਓਗੇ ਐਂਡ ਹਰ ਟੈਕਸਟ ਨੂੰ ਲਾਈਕ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ, ਕਨਫਿਊਜ਼ਨ ਵੀ ਵੱਧ ਹੋਊਗੀ ਐਜ਼ ਵੈਲ ਐਜ਼ ਟਾਈਮ ਵੀ ਬਹੁਤ ਜ਼ਿਆਦਾ ਕਨਫਿਊਜ਼ ਹੋਊਗਾ। ਸੋ ਹਮੇਸ਼ਾ ਟਰਾਈ ਕਰਿਆ ਕਰੋ ਕਿ ਆਪਾਂ ਕੀਵਰਡਸ ਦੇ ਅਕੋਰਡਿੰਗਲੀ ਹੈਡਿੰਗਸ ਨੂੰ ਲੇਬਲ ਕਰ ਸਕੀਏ। ਹੋਰ ਵੀ ਬਹੁਤ ਸਾਰੀਆਂ ਟੈਕਨੀਕਸ ਨੇ ਹੈਡਿੰਗਸ ਨੂੰ ਕਰਨ ਦੀਆਂ ਜੋ ਕਿ ਮੈਂ ਨੈਕਸਟ ਵੀਡੀਓਜ਼ ਦੇ ਵਿੱਚ ਸ਼ੇਅਰ ਕਰੂੰਗੀ। ਹੋ ਸਕਦਾ ਹੈ ਕੁਝ ਸਟੂਡੈਂਟ ਲਈ ਇਹ ਟੈਕਨੀਕ ਯੂਜ਼ਫੁਲ ਹੋਵੇ, ਹਾਊਐਵਰ ਅਦਰ ਸਟੂਡੈਂਟਸ ਲਈ ਬਾਕੀ ਟੈਕਨੀਕਸ ਯੂਜ਼ਫੁਲ ਹੋਣ। ਸੋ ਕੀਪ ਅਪਡੇਟਡ ਵਿਦ ਦ ਚੈਨਲ। ਥੈਂਕ ਯੂ।